ਚੱਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਹਾਂ ਗੁਰਵਿੰਦਰ ਸੰਧੂ। ਮਾਰਦਾ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਪੰਜਾਬ ਅੰਦਰ ਕਰਫਿਊ ਲਗਾਤਾਰ ਜਾਰੀ। ਕੋਰੋਨਾ ਨਾਲ ਅੱਜ ਸੂਬੇ ਅੰਦਰ ਹੋਈ ਦੂਜੀ ਮੌਤ। ਕਿ 14 ਅਪ੍ਰੈਲ ਤੋਂ ਬਾਅਦ ਵੀ ਜਾਰੀ ਰਹੇਗਾ ਲੌਕਡਾਊਨ ਜਾਂ ਮਿਲੇਗੀ ਰਾਹਤ। ਕੈਬਨਿਟ ਸਕੱਤਰ ਨੇ ਦਿੱਤਾ ਵੱਡਾ ਬਿਆਨ। ਚੰਡੀਗੜ੍ਹ ਦੇ ਡਾਕਟਰਾਂ ਦੀ ਵੱਡੀ ਲਾਪਰਵਾਹੀ। ਪੀਜੀਆਈ ਵਿੱਚ ਮੱਚੀ ਹਫੜਾ ਤਫੜੀ। ਕਈ ਡਾਕਟਰ ਕੀਤੇ ਗਏ ਆਈਸੋਲੇਟ। ਕੈਪਟਨ ਨੂੰ ਉਦਯੋਗਪਤੀਆਂ ਦਾ ਝਟਕਾ। ਉਧਰ ਕਿਸਾਨਾਂ ਲਈ ਖੇਤੀਬਾੜੀ ਮਹਿਕਮੇ ਵੀ ਖਿੱਚੀ ਤਿਆਰੀ। ਖਬਰਾਂ ਵਿਸਥਾਰ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸੂਬੇ ਅੰਦਰ ਲੱਗੇ ਕਰਫਿਊ ਦੀ। ਅੱਜ 8ਵੇਂ ਦਿਨ ਵੀ ਸੂਬੇ ਅੰਦਰ ਕਰਫਿਊ ਦਾ ਦੌਰ ਜਾਰੀ ਰਿਹਾ। ਲੋਕ ਸਿਰਫ ਜ਼ਰੂਰੀ ਕੰਮਾਂ ਵਾਸਤੇ ਘਰੋਂ ਬਾਹਰ ਨਿਕਲੇ। ਹਾਲਾਂਕਿ ਅੱਜ ਬੈਂਕਾਂ ਖੁੱਲ੍ਹੀਆਂ ਰਹੀਆਂ। ਜਿਵੇਂ ਕਿ ਤੁਹਾਨੂੰ ਅਸੀਂ ਬੀਤੇ ਦਿਨ ਵੀ ਖਬਰ ਦੱਸੀ ਸੀਗੀ ਕਿ ਅੱਜ ਤੇ ਭਲਕੇ 2 ਦਿਨ ਬੈਂਕਾਂ ਖੁੱਲ੍ਹੀਆਂ ਰਹਿਣਗੀਆਂ, ਜਿਸ ਤੋਂ ਬਾਅਦ ਹਫ਼ਤੇ ਦੇ ਵਿੱਚ 2 ਵਾਰ ਬੈਂਕਾਂ ਖੁੱਲ੍ਹਿਆ ਕਰਨਗੀਆਂ, ਯਾਨੀ 3 ਅਪ੍ਰੈਲ ਤੋਂ ਬਾਅਦ। ਗੱਲ ਕਰਾਂਗੇ ਬੈਂਕਾਂ ਦੇ ਮੂਹਰੇ ਲੱਗੀਆਂ ਲੰਮੀਆਂ ਕਤਾਰਾਂ ਦੀ। ਕਈ ਥਾਵਾਂ ਤੇ ਭੀੜ ਭਾੜ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਤੇ ਕਈ ਥਾਵਾਂ ਤੇ ਇੱਕ ਦੂਜੇ ਤੋਂ ਡਿਸਟੈਂਸ ਲੋਕ ਬਣਾ ਕੇ ਖੜੇ ਵੀ ਨਜ਼ਰ ਆਏ। ਆਪੋ ਆਪਣੀ ਜਾਗਰੂਕਤਾ ਦੀ ਗੱਲ ਹੈ। ਫਿਲਹਾਲ ਪ੍ਰਸ਼ਾਸਨ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ। ਗੱਲ ਕਰਾਂਗੇ ਕਰੋਨਾ ਵਾਇਰਸ ਦੀ ਲੈਟੈਸਟ ਅਪਡੇਟ ਬਾਰੇ। ਤੇ ਪੂਰੇ ਦੇਸ਼ ਦੇ ਵਿੱਚ ਜਿੱਥੇ ਇੱਕ ਪਾਸੇ ਬੀਤੇ 24 ਘੰਟਿਆਂ ਦੇ ਵਿੱਚ 4 ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਨਾਲ ਦੀ ਨਾਲ ਹੀ 1000 ਤੋਂ ਜਿਹੜਾ ਆંકੜਾ ਹੈ ਉਹ ਵੀ ਪਾਰ ਹੋਇਆ ਪੀੜਤਾਂ ਦਾ ਤੇ 1070 ਦੇ ਕੋਲ ਪਹੁੰਚ ਗਿਆ ਇਹ ਆંકੜਾ, ਵੱਧ ਕੇ ਜਿਹੜਾ ਕਿ ਕਰੋਨਾ ਪੀੜਤਾਂ ਦਾ ਹੈ ਪੂਰੇ ਦੇਸ਼ ਦੇ ਅੰਦਰ। ਜੇਕਰ ਗੱਲ ਕੀਤੀ ਜਾਵੇ, ਨਾਲ ਹੀ ਪੰਜਾਬ ਤੋਂ ਵੀ ਇੱਕ ਮਾਮਲਾ ਸਾਹਮਣੇ ਆਇਆ। ਮੋਹਾਲੀ ਤੋਂ ਇੱਕ 65 ਸਾਲ ਦੇ ਬਜ਼ੁਰਗ ਦਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਪੀਜੀਆਈ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿਹੜਾ ਕਿ ਜੇਰੇ ਇਲਾਜ ਹੈ। ਤੁਹਾਨੂੰ ਇਸ ਦੇ ਬਾਰੇ ਹੋਰ ਵੀ ਅਪਡੇਟ ਦੇਵਾਂਗੇ, ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਕਰੋਨਾ ਦੇ ਨਾਲ ਇੱਕ ਮੌਤ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਜੇਰੇ ਇਲਾਜ ਸੀਗਾ ਇੱਕ ਵਿਅਕਤੀ, ਜਿਸ ਦੀ ਕਿ ਮੌਤ ਹੋ ਗਈ ਕਰੋਨਾ ਦੇ ਨਾਲ। ਉਹ ਵਿਅਕਤੀ ਇਸ ਤੋਂ ਪਹਿਲਾਂ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਇਆ, ਜਿਸ ਤੋਂ ਬਾਅਦ ਉਸ ਨੂੰ ਜਿਹੜਾ ਹੈ ਭਰਤੀ ਕਰਵਾਇਆ ਗਿਆ ਸੀਗਾ ਹਸਪਤਾਲ ਦੇ ਵਿੱਚ, ਜਿੱਥੇ ਉਸ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ। ਹੋਲਾ ਮਹੱਲਾ ਵੇਖਣ ਵਾਸਤੇ ਵੀ ਇਹ ਵਿਅਕਤੀ ਸ਼੍ਰੀ ਅਨੰਦਪੁਰ ਸਾਹਿਬ ਗਿਆ ਸੀ। ਉਸ ਤੋਂ ਜਦੋਂ ਵਾਪਸ ਆਇਆ ਤਾਂ ਇਸ ਨੂੰ ਕਰੋਨਾ ਦੇ ਸਿੰਪਟਮਸ ਆਉਣੇ ਸ਼ੁਰੂ ਹੋਏ, ਜਿਸ ਤੋਂ ਬਾਅਦ ਇਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਿਖਾਇਆ ਗਿਆ। ਚੈੱਕਅਪ ਤੋਂ ਬਾਅਦ ਇਸ ਦੀ ਰਿਪੋਰਟ ਜਦੋਂ ਪੋਜ਼ਿਟਿਵ ਆਈ ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਹ ਜੇਰੇ ਇਲਾਜ ਸੀਗਾ ਵਿਅਕਤੀ, ਜਿਸ ਦੀ ਅੱਜ ਮੌਤ ਹੋ ਗਈ। ਤੇ ਕਰੋਨਾ ਦੇ ਨਾਲ ਇਹ ਪੰਜਾਬ ਦੇ ਅੰਦਰ ਬਲਦੇਵ ਸਿੰਘ ਤੋਂ ਬਾਅਦ ਦੂਜੀ ਮੌਤ ਹੈ। ਹਰਭਜਨ ਸਿੰਘ ਯੁਵਕ ਦਾ ਨਾਮ ਸੀਗਾ, ਜਿਹੜਾ ਕਿ ਕੁਝ ਦਿਨ ਤੋਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੀਗੇ ਤਾਂ ਅੱਜ ਉਹ ਦਮ ਤੋੜ ਗਿਆ। ਇੱਕ ਅੱਜ ਮਾਮਲਾ ਪੋਜ਼ਿਟਿਵ ਸਾਹਮਣੇ ਆਇਆ ਤੇ ਨਾਲ ਦੀ ਨਾਲ ਇੱਕ ਮੌਤ ਦਾ ਮਾਮਲਾ ਵੀ ਜਿਹੜਾ ਸਾਹਮਣੇ ਆਇਆ। ਤੁਹਾਨੂੰ ਦੱਸ ਦਈਏ ਕਿ ਅੱਜ ਸਿਹਤ ਵਿਭਾਗ ਨੇ ਜਿਹੜੀ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ, ਕੇਂਦਰੀ ਸਿਹਤ ਵਿਭਾਗ ਨੇ, ਉਹਨਾਂ ਵੱਲੋਂ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਿਹੜੇ ਵਿਕਸਿਤ ਦੇਸ਼ ਨੇ, ਵਿਕਸਿਤ ਦੇਸ਼ਾਂ ਦੇ ਨਾਲੋਂ ਘੱਟ ਨੁਕਸਾਨ, ਜਿਹੜਾ ਕਿ ਘੱਟ ਸੰਕਰਮਿਤ ਹੋਇਆ ਹੈ ਭਾਰਤ, ਆંકੜੇ ਜਿਹੜੇ ਨੇ ਭਾਰਤ ਦੇ ਕਿਤੇ ਜ਼ਿਆਦਾ ਵਧੀਆ ਨੇ। ਤੇ ਇਹ ਇੱਕ ਚੰਗੀ ਖਬਰ ਹੈ ਆਪਣੇ ਦੇਸ਼ ਵਾਸਤੇ। ਉਸ ਦਾ ਬਹੁਤ ਵੱਡਾ ਇੱਕ ਜਿਹੜਾ ਕ੍ਰੈਡਿਟ ਹੈ ਉਹ ਜਾਂਦਾ ਹੈ ਲੋਕਡਾਊਨ ਨੂੰ, ਕਿਉਂਕਿ ਲੋਕਡਾਊਨ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਅਸਰ ਪਿਆ ਹੈ ਤੇ ਜਿਹੜੀ ਕਰੋਨਾ ਮਰੀਜ਼ਾਂ ਦੀ ਰਫਤਾਰ ਹੈ ਉਹ ਵੀ ਭਾਰਤ ਦੇ ਅੰਦਰ ਜਿਹੜਾ ਹੈ ਅਮਰੀਕਾ ਤੇ ਇਟਲੀ ਨਾਲੋਂ ਬਹੁਤ ਹੱਦ ਤੱਕ ਘੱਟ ਹੈ। ਜੇਕਰ ਗਲੋਬਲੀ ਗੱਲ ਕੀਤੀ ਜਾਵੇ ਤੇ ਪੂਰੇ ਵਿਸ਼ਵ ਦੇ ਵਿੱਚ ਹੁਣ ਤੱਕ ਇਸ ਬਿਮਾਰੀ ਦੇ ਨਾਲ ਕਰੀਬ 34,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 7.5 ਲੱਖ ਦੇ ਕਰੀਬ ਲੋਕ ਜਿਹੜੇ ਨੇ ਉਹ ਇਸ ਬਿਮਾਰੀ ਦੇ ਨਾਲ ਪੀੜਿਤ ਨੇ। ਸਭ ਤੋਂ ਵੱਧ ਇਸ ਬਿਮਾਰੀ ਦੇ ਨਾਲ ਇਟਲੀ ਦੇ ਵਿੱਚ 10,700 ਤੋਂ ਵੱਧ ਮੌਤਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ। ਨਾਲ ਦੀ ਨਾਲ ਹੀ ਸਪੇਨ ਵਿੱਚ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ। 6,800 ਦੇ ਕਰੀਬ ਮੌਤ ਦਾ ਆંકੜਾ ਜਿਹੜਾ ਹੈ ਉਹ ਸਪੇਨ ਦਾ ਵੀ ਪਹੁੰਚ ਗਿਆ, ਜਿਹੜਾ ਕਿ ਇਟਲੀ ਤੋਂ ਬਾਅਦ ਦੂਜੇ ਨੰਬਰ 'ਤੇ ਹੈ ਤੇ ਤੀਜੇ ਨੰਬਰ 'ਤੇ ਚਾਈਨਾ ਹੈ, ਜਿੱਥੋਂ ਇਹ ਚੀਨ ਤੋਂ ਹੀ ਇਹ ਵਾਇਰਸ ਜਿਹੜਾ ਵਾ ਉਹ ਸ਼ੁਰੂ ਹੋਇਆ ਸੀਗਾ ਤੇ ਚੀਨ ਤੋਂ ਵੀ ਹੁਣ ਅੱਗੇ ਲੰਘ ਗਿਆ ਹੈ ਸਪੇਨ। ਅਮਰੀਕਾ ਦੇ ਵਿੱਚ ਫਿਲਹਾਲ 2400 ਮਾਮਲੇ ਸਾਹਮਣੇ ਆਏ, 2400 ਮੌਤਾਂ ਹੋਈਆਂ ਨੇ। ਹਾਲਾਂਕਿ 1.25 ਲੱਖ ਤੋਂ ਵੀ ਵੱਧ ਲੋਕ ਜਿਹੜੇ ਨੇ ਉਹ ਇਸ ਬਿਮਾਰੀ ਦੇ ਨਾਲ ਅਮਰੀਕਾ ਦੇ ਵਿੱਚ ਵੀ ਪੀੜਿਤ ਨੇ। ਹਾਲਾਂਕਿ ਭਾਰਤ ਦੇ ਵਿੱਚ ਜਿਹੜੀ ਹੈ ਮੌਤਾਂ ਦਾ ਆંકੜਾ ਉਹ ਹੁਣ ਤੱਕ 29 ਪਹੁੰਚ ਗਿਆ ਹੈ ਤੇ 1070 ਲੋਕ ਜਿਹੜੇ ਨੇ ਉਹ ਇਸ ਬਿਮਾਰੀ ਦੇ ਸੰਕਰਮਣ ਹੇਠ ਜੇਰੇ ਇਲਾਜ ਨੇ।
ਗੱਲ ਕਰਾਂਗੇ ਦੇਸ਼ ਵਿੱਚ ਚੱਲ ਰਹੇ ਲੋਕਡਾਊਨ ਦੀ, ਜਿਹੜਾ ਕਿ 21 ਦਿਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਤੋਂ ਅਪੀਲ ਕੀਤੀ ਗਈ ਸੀ ਕਿ 21 ਦਿਨ ਦਾ ਲੋਕਡਾਊਨ ਜਿਹੜਾ ਵਾ ਪੂਰਨ ਯਾਨੀ ਕਿ ਸੰਪੂਰਨ ਲੋਕਡਾਊਨ ਕਰਨ ਦਾ ਫੈਸਲਾ ਲਿਆ ਗਿਆ ਸੀਗਾ। ਲੋਕਾਂ ਤੋਂ ਅਪੀਲ ਕੀਤੀ ਗਈ ਸੀ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰਨ। ਹਾਲਾਂਕਿ ਇਹ ਡੇਟ ਜਿਹੜੀ ਹੈ ਉਹ 14 ਅਪ੍ਰੈਲ ਤੱਕ ਹੈ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਚੱਲ ਰਹੇ ਸੀ। ਕੁਝ ਲੋਕ ਇਹ ਕਹਿ ਰਹੇ ਸੀ ਕਿ ਕੀ 14 ਤਰੀਕ ਤੋਂ ਬਾਅਦ ਵੀ ਲੋਕਡਾਊਨ ਜਿਹੜਾ ਹੈ ਉਹ ਜਾਰੀ ਰਹੇਗਾ ਜਾਂ ਫਿਰ ਲੋਕਡਾਊਨ ਜਿਹੜਾ ਹੈ ਉਹ ਹਟਾ ਲਿਆ ਜਾਵੇਗਾ, ਵਿਡਰੋ ਕਰ ਲਿਆ ਜਾਵੇਗਾ। ਇਸ ਦੇ ਉੱਤੇ ਇੱਕ ਕਿਤੇ ਨਾ ਕਿਤੇ ਇਹ ਬਹਿਸ ਜਿਹੜੀ ਆ ਹੌਲੀ ਥੋੜ੍ਹੀ ਜਿਹੀ ਥੰਮ ਗਈ ਹੈ, ਕਿਉਂਕਿ ਕੈਬਨਿਟ ਸਕੱਤਰ ਰਾਜੂ ਗਾਬਾ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਤੱਕ ਅਜਿਹੀ ਕੋਈ ਵੀ ਸੂਚਨਾ ਨਹੀਂ ਹੈ, ਅਜਿਹੀ ਕੋਈ ਵੀ ਅਧਿਕਾਰਿਕ ਸੂਚਨਾ ਜਾਂ ਫਿਰ ਅਜਿਹੀ ਕੋਈ ਵੀ ਅਧਿਕਾਰਿਕ ਬੈਠਕ ਇਸ ਦੇ ਬਾਰੇ ਜਾਂ ਫਿਰ ਅਜਿਹਾ ਕੋਈ ਵੀ ਅਧਿਕਾਰਿਕ ਨਿਰਣੇ ਹੁਣ ਤੱਕ ਇਸ ਬਾਰੇ ਨਹੀਂ ਲਿਆ ਗਿਆ ਕਿ 14 ਤਰੀਕ ਤੋਂ ਬਾਅਦ ਵੀ ਕੀ ਲੋਕਡਾਊਨ ਜਾਰੀ ਰਹੇਗਾ ਜਾਂ ਨਹੀਂ। ਫਿਲਹਾਲ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦਿੰਦੇ ਹਾਂ ਇੱਥੇ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਹੈ ਜਾਂ ਫਿਰ ਕਿਸਾਨਾਂ ਦੀ ਜਿਹੜੀ ਪੈਨਸ਼ਨ ਹੈ ਉਸ ਨੂੰ ਲੈ ਕੇ, ਕਿਸਾਨਾਂ ਦੇ ਖਾਤੇ ਵਿੱਚ ਜਿਹੜੇ 2000 ਰੁਪਏ ਪਾਏ ਜਾਂਦੇ ਸੀ ਉਸ ਨੂੰ ਲੈ ਕੇ ਜਾਂ ਫਿਰ ਗੈਸ ਦੀ ਸਬਸਿਡੀ ਨੂੰ ਲੈ ਕੇ ਜਾਂ ਫਿਰ ਹੋਰ ਜਿਹੜੇ ਵੀ ਸਹੂਲਤਾਂ ਦਿੱਤੀਆਂ ਗਈਆਂ ਨੇ, ਭਾਵੇਂ ਉਹ ਕਿਸੇ ਤਰੀਕੇ ਦੇ ਵੀ ਲੋਨ ਦੇ ਉੱਤੇ ਜਿਹੜੀ ਸਹੂਲਤ ਦਿੱਤੀ ਗਈ ਹੈ ਕਿ ਉਹਨਾਂ ਦੀ EMI ਜਿਹੜੀ ਹੈ ਉਹ 3 ਮਹੀਨੇ ਤੱਕ ਜਿਹੜੀ ਹੈ ਉਹ ਨਹੀਂ ਤੁਹਾਨੂੰ ਪੇ ਕਰਨੀ ਹੋਏਗੀ, ਜਿਹੜੀ ਕਿ 3 ਮਹੀਨੇ ਤੋਂ ਬਾਅਦ ਯਾਨੀ 3 ਮਹੀਨੇ ਲਈ ਪੋਸਟਪੋਨ ਕਰ ਦਿੱਤੀ ਗਈ ਹੈ। ਉਸ ਦੇ ਬਾਰੇ ਜਾਣਕਾਰੀ ਹੈ, ਜੇਕਰ ਉਸ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਮੋਟੀ ਨਜ਼ਰ ਪਾਈਏ ਤੇ ਇੰਜ ਲੱਗਦਾ ਹੈ ਕਿ 3 ਮਹੀਨੇ ਤੱਕ ਇਹ ਲੋਕਡਾਊਨ ਜਾਰੀ ਰਹੇਗਾ। ਫਿਲਹਾਲ ਜਿਹੜਾ ਕੈਬਨਿਟ ਸਕੱਤਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਉਹ ਇੱਕ ਅਧਿਕਾਰਿਕ ਪੁਸ਼ਟੀ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਕੋਈ ਵੀ ਅਜਿਹੀ ਸੂਚਨਾ ਨਹੀਂ ਹੈ ਕਿ 14 ਤਰੀਕ ਤੋਂ ਬਾਅਦ ਵੀ ਲੋਕਡਾਊਨ ਜਾਰੀ ਰਹੇਗਾ ਜਾਂ ਨਹੀਂ। ਅਜਿਹੀ ਕੋਈ ਵੀ ਸੂਚਨਾ ਹੁਣ ਤੱਕ ਉਹਨਾਂ ਵੱਲੋਂ ਪ੍ਰਾਪਤ ਨਹੀਂ ਹੋਈ ਹੈ। ਗੱਲ ਕਰਾਂਗੇ ਚੰਡੀਗੜ੍ਹ ਦੀ PGI ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਅੱਜ, ਜਿਹੜੀ ਕਿ ਲੋਕਾਂ ਨੂੰ ਹੈਰਾਨ ਕਰਨ ਵਾਲੀ ਵੀ ਹੈ। ਇੱਕ 65 ਸਾਲ ਦਾ ਬਜ਼ੁਰਗ ਜਿਹੜਾ ਕਿ ਕਰੋਨਾ ਪੋਜ਼ਿਟਿਵ ਪਾਇਆ ਗਿਆ। ਮੁਹਾਲੀ ਤੋਂ ਇਹ ਬਜ਼ੁਰਗ ਇਲਾਜ ਵਾਸਤੇ PGI ਗਿਆ ਸੀਗਾ। ਪਹਿਲਾਂ ਵੀ ਇਹ ਬਜ਼ੁਰਗ ਇੱਕ ਹਸਪਤਾਲ ਦੇ ਵਿੱਚ ਜੇਰੇ ਇਲਾਜ ਰਹਿ ਚੁੱਕਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਇਹ ਬਜ਼ੁਰਗ PGI ਪਹੁੰਚਾ ਇਲਾਜ ਵਾਸਤੇ ਤਾਂ ਪਹਿਲਾਂ ਖਦਸ਼ਾ ਇਹ ਸੀਗਾ, ਸ਼ੱਕੀ ਮਰੀਜ਼ ਸੀਗਾ ਕਿ ਇਸ ਨੂੰ ਸਵਾਈਨ ਫਲੂ ਹੋ ਸਕਦਾ ਹੈ। ਪਰ ਜਦੋਂ ਇਸ ਦੀ ਰਿਪੋਰਟ ਸਾਹਮਣੇ ਆਈ ਤੇ ਇਹ ਕਰੋਨਾ ਪੀੜਿਤ ਮਾਮਲਾ ਸੀਗਾ, ਜਿਸ ਤੋਂ ਬਾਅਦ ਡਾਕਟਰਾਂ ਵਿੱਚ ਹੜਕੰਪ ਮਚ ਗਿਆ, ਕਿਉਂਕਿ ਜਿਹੜੇ ਵੀ ਡਾਕਟਰ ਇਸ ਦੇ ਸੰਪਰਕ ਵਿੱਚ ਆਏ ਉਹ ਡਾਕਟਰ ਬਿਨਾਂ ਪ੍ਰੀਕਾਸ਼ਨ ਲਏ ਇਸ ਦੇ ਨਾਲ ਗੱਲਬਾਤ ਕਰਦੇ ਰਹੇ, ਇਸ ਦੇ ਸੰਪਰਕ ਦੇ ਵਿੱਚ ਆਉਂਦੇ ਰਹੇ, ਜਿਸ ਦੇ ਨਾਲ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਡਾਕਟਰ ਵੀ ਇਸ ਕਰੋਨਾ ਪੀੜਿਤ ਮਰੀਜ਼ ਦੇ ਸੰਪਰਕ ਵਿੱਚ ਆਏ ਨੇ ਤੇ ਉਹ ਡਾਕਟਰਾਂ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੂਰੇ PGI ਦੇ ਸਟਾਫ ਵਿੱਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ। ਕਈ ਸਟਾਫ ਦੇ ਮੈਂਬਰਾਂ ਨੇ ਅਜਿਹੀਆਂ ਸ਼ਿਕਾਇਤਾਂ ਵੀ ਕੀਤੀਆਂ ਕਿ ਉਹਨਾਂ ਵਾਸਤੇ ਜਿਹੜੇ ਜ਼ਰੂਰੀ ਸਾਧਨ ਨੇ, ਜਿਹੜੇ ਜ਼ਰੂਰੀ ਸਾਮਾਨ ਨੇ ਉਹ ਵੀ ਮੁਹੱਈਆ ਕਰਵਾਏ ਜਾਣ। ਨਾਲ ਹੀ PGI ਦੇ ਸਟਾਫ ਨੇ ਇੱਕ ਚਿੱਠੀ ਲਿਖੀ ਹੈ ਸਿਹਤ ਵਿਭਾਗ ਨੂੰ ਕਿ ਉਹਨਾਂ ਨੂੰ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਜਿਹੜਾ ਇੰਤਜ਼ਾਮ ਹੈ ਉਹ PGI ਦੇ ਲਾਗੇ ਬੰਨੇ ਜਾਂ PGI ਦੇ ਵਿੱਚ ਕੀਤਾ ਜਾਵੇ, ਕਿਉਂਕਿ ਉਹ ਆਪਣੇ ਘਰਾਂ ਨੂੰ ਵੀ ਹੁਣ ਨਹੀਂ ਜਾਣਾ ਚਾਹੁੰਦੇ। ਫਿਲਹਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿੰਨੇ ਵੀ ਲੋਕ ਸੰਪਰਕ ਦੇ ਵਿੱਚ ਆਏ ਸੀਗੇ, ਜਿੰਨੇ ਵੀ ਡਾਕਟਰ ਸੰਪਰਕ ਦੇ ਵਿੱਚ ਆਏ ਸੀਗੇ, ਉਹਨਾਂ ਸਾਰੇ ਡਾਕਟਰਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਇਹ ਬਜ਼ੁਰਗ ਜਿੱਥੇ ਪਹਿਲਾਂ ਜੇਰੇ ਇਲਾਜ ਸੀਗਾ ਉਸ ਹਸਪਤਾਲ ਦੇ ਡਾਕਟਰਾਂ ਨੂੰ ਵੀ ਜਿਹੜਾ ਆਈਸੋਲੇਟ ਕਰਨ ਦੀ ਜਿਹੜੀ ਕਵਾਇਤ ਹੈ ਉਹ ਜਾਰੀ ਹੈ ਤੇ ਹੋਰ ਵੀ ਕਨਫਰਮ ਕੀਤਾ ਜਾ ਰਿਹਾ ਹੈ ਕਿ ਕਿਹੜੇ ਲੋਕਾਂ ਦੇ ਸੰਪਰਕ ਵਿੱਚ ਇਹ ਮਰੀਜ਼ ਆਇਆ। 65 ਸਾਲ ਦਾ ਇਹ ਬਜ਼ੁਰਗ ਹੈ ਜਿਹੜਾ ਕਿ ਕਰੋਨਾ ਪੀੜਿਤ ਦੱਸਿਆ ਜਾ ਰਿਹਾ ਹੈ। ਇਸ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ PGI ਸਣੇ ਪੂਰਾ ਚਿਕਿਤਸਾ ਖੇਤਰ ਜਿਹੜਾ ਹੈ, ਸਿਹਤ ਵਿਭਾਗ ਜਿਹੜਾ ਵਾ ਉਸ ਦੇ ਵਿੱਚ ਹੜਕੰਪ ਮਚ ਗਿਆ, ਜਿਹੜੀ ਕਿ ਇੱਕ ਵੱਡੀ ਲਾਪਰਵਾਹੀ ਸਾਹਮਣੇ। ਇੱਕ ਪਾਸੇ ਜਿੱਥੇ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨ ਆਪਣੀ ਆਉਣ ਵਾਲੀ ਫਸਲ ਨੂੰ ਕੱਟਣ ਨੂੰ ਵੀ ਤਿਆਰ ਨੇ, ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕਰਦਿਆਂ ਵੱਡੀ ਰਾਹਤ ਦਿੰਦਿਆਂ ਖੇਤੀਬਾੜੀ ਮਹਿਕਮੇ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਾ ਉਹ ਨਹੀਂ ਆਉਣੀਆਂ ਚਾਹੀਦੀਆਂ, ਜਿਸ ਨੂੰ ਲੈ ਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਨੇ ਆਪਣਾ ਜਿਹੜਾ ਕਾਰਭਾਰ ਆ ਉਹ ਸੰਭਾਲ ਲਿਆ ਹੈ ਤੇ ਹੁਣ ਸਰਗਰਮ ਨਜ਼ਰ ਆ ਰਹੇ ਨੇ ਖੇਤੀਬਾੜੀ ਮਹਿਕਮੇ ਦੇ ਕਰਮਚਾਰੀ। ਤੇ ਕਿਹਾ ਜਾ ਰਿਹਾ ਹੈ ਕਿ ਮੰਡੀਆਂ ਦੇ ਵਿੱਚ ਵੀ ਮੰਡੀਕਰਨ ਨੂੰ ਲੈ ਕੇ ਜਾਂ ਫਿਰ ਹਰ ਤਰੀਕੇ ਦੇ ਪੁਖਤਾ ਇੰਤਜ਼ਾਮ ਜਿਹੜੇ ਉਹ ਕੀਤੇ ਜਾਣਗੇ ਤੇ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਵੀ
ਸਮੱਸਿਆ ਜਿਹੜੀ ਉਹ ਨਹੀਂ ਆਉਣ ਦਿੱਤੀ ਜਾਵੇਗੀ। ਉਧਰ ਦੂਜੇ ਪਾਸੇ ਗੱਲ ਕਰਾਂਗੇ ਸਨਅਤ ਦੀ, ਤਾਂ ਉਦਯੋਗਪਤੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਅਪੀਲ ਜਾਰੀ ਕੀਤੀ ਸੀ, ਇੱਕ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਜਿਹੜੀ ਵੀ ਇੰਡਸਟਰੀ ਦੇ ਕੋਲ ਲੇਬਰ ਹੈ ਉਹ ਇੰਡਸਟਰੀ ਆਪਣਾ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਸਕਦੀ ਹੈ, ਉਹ ਆਪਣਾ ਉਦਯੋਗ ਜਿਹੜਾ ਉਹ ਜਾਰੀ ਰੱਖ ਸਕਦੀ ਹੈ। ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸੇ ਵੀ ਉਦਯੋਗਪਤੀ ਨੇ ਉਦਯੋਗ ਵਿਭਾਗ ਨੇ ਇਸ ਚੀਜ਼ ਨੂੰ ਇਸ ਨੂੰ ਲੈ ਕੇ ਪੂਰੀ ਨਾ ਕਰ ਦਿੱਤੀ ਹੈ, ਕਿਉਂਕਿ ਜ਼ਿਆਦਾਤਰ ਕਈ ਅਜਿਹੇ ਉਦਯੋਗ ਨੇ ਜਿਨ੍ਹਾਂ ਦੇ ਕੋਲ ਲੋਕਾਂ ਨੂੰ ਰੱਖਣ ਦਾ ਅਤੇ ਖਾਣ ਪੀਣ ਦਾ, ਰਹਿਣ ਦਾ, ਖਾਣ ਪੀਣ ਦਾ ਪੂਰਾ ਪ੍ਰਬੰਧ ਨਹੀਂ ਹੈ, ਜਿਸ ਨੂੰ ਦੇਖਦੇ ਹੋਏ ਕਿਉਂਕਿ ਪੰਜਾਬ ਸਰਕਾਰ ਨੇ ਵੀ ਹਦਾਇਤਾਂ ਦਿੱਤੀਆਂ ਸਨ ਕਿ ਜਿਹੜੇ ਵੀ ਸਨਅਤਕਾਰੀ ਜਿਹੜੇ ਆ ਆਪਣੀ ਲੇਬਰ ਨੂੰ ਰੱਖਣਗੇ ਤਾਂ ਉਹਨਾਂ ਮਜ਼ਦੂਰਾਂ ਵਾਸਤੇ ਸਾਰੇ ਹੀ ਮੈਡੀਕਲ ਫੈਸਿਲਿਟੀ ਅਤੇ ਉਹਨਾਂ ਦੇ ਰਹਿਣ ਖਾਣ ਦਾ ਸਾਰਾ ਇੰਤਜ਼ਾਮ ਜਿਹੜਾ ਹੈ ਉਹ ਉਦਯੋਗ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦਾ ਸਨਅਤਕਾਰਾਂ ਨੂੰ ਕਰਨਾ ਪਵੇਗਾ। ਪਰ ਅਜਿਹਾ ਨਹੀਂ ਹੋਇਆ। ਕਈ ਜ਼ਿਆਦਾਤਰ ਸਨਅਤਕਾਰ ਇਸ ਦੇ ਵਿੱਚ ਸਹਿਮਤ ਨਹੀਂ ਨੇ ਕਿਉਂਕਿ ਉਹਨਾਂ ਦੇ ਕੋਲ ਪੁਖਤਾ ਪ੍ਰਬੰਧ ਨਹੀਂ ਹੈਗੇ। ਹਾਲਾਂਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਇਸ ਵਾਸਤੇ ਲਿਆ ਸੀਗਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਸੀਗੇ ਉਹਨਾਂ ਨੂੰ ਰੋਕਿਆ ਜਾ ਸਕੇ। ਫਿਲਹਾਲ ਇਸ ਬੁਲੇਟਿਨ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਵਧੇਰੇ ਜਾਣਕਾਰੀ ਲਈ ਲਗਾਤਾਰ ਬਣੇ ਰਹੋ ਚੱਕ ਕੇ ਟੀਵੀ ਦੇ ਨਾਲ, ਦੇਖਦੇ ਰਹੋ ਚੱਕ ਕੇ ਟੀਵੀ। ਸਤਿ ਸ਼੍ਰੀ ਅਕਾਲ।